ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਬਾਘਾ ਪੁਰਾਣਾ ਤੋਂ ਉਮੀਦਵਾਰ ਸਰਦਾਰ ਤੀਰਥ ਸਿੰਘ ਮਾਲਾ ਜੀ ਦੇ ਨਾਲ। ਸਾਡੀ ਟੀਮ ਨਾਲ ਗੱਲਬਾਤ ਕਰਦੇ ਹਾਂ। ਸਰਦਾਰ ਤੀਰਥ ਸਿੰਘ ਮਾਲਾ ਜੀ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਬੇਹੱਦ ਤਾਰੀਫ ਕੀਤੀ। ਉਹਨਾਂ ਨੇ ਕਿਹਾ ਕਿ ਜੇ 2022 ਦੇ ਵਿੱਚ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਆਏਗੀ ਤਾਂ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾ ਦਿੱਤਾ ਜਾਏਗਾ। ਇਹਨਾਂ ਦਾ ਮੰਨਣਾ ਹੈ ਕਿ ਜੋ ਕਿਹਾ ਉਹ ਕੀਤਾ, ਜੋ ਕਹਾਂਗੇ ਉਹ ਕਰਾਂਗੇ। ਆਓ ਕਰਦੇ ਹਾਂ ਗੱਲਬਾਤ ਸਰਦਾਰ ਤੀਰਥ ਸਿੰਘ ਮਾਲਾ ਜੀ ਦੇ ਨਾਲ। ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਉਸ ਜਾਰੀ ਯੋਧੇ ਨੇ ਜਿਨੇ ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਪਣੇ ਸੇਵਾਵਾਂ ਦਿੱਤੀਆਂ ਐਜ਼ ਏ ਜ਼ਿਲ੍ਹਾ ਪ੍ਰਧਾਨ ਵੀ, ਔਰ ਹੁਣ ਬਾਘਾ ਪੁਰਾਣਾ ਦੀ ਜਿਹੜੀ ਵਾਂਗ ਡੋਰਾ ਸੁਖਬੀਰ ਜੀ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਟਿਕਟ ਦੇ ਕੇ ਨਵਾਜਿਆ। ਮਾਲਾ ਜੀ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ, ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬੜੀਆਂ ਵੱਡੀਆਂ ਪਲਾਂਘਾਂ ਪੁੱਟੀਆਂ। ਸੱਚ ਦੀ ਹਮੇਸ਼ਾ ਹੀ ਗੱਲ ਆ ਜਿਹੜੀ ਉਹ ਤੁਹਾਡੇ ਚੈਨਲ ਰਾਹੀਂ ਹੁੰਦੀ ਰਹੀ। ਸ਼੍ਰੋਮਣੀ ਅਕਾਲੀ ਦਲ ਨੇ ਤੇ ਮੈਂ ਸਮਝਦਾ ਕਿ ਮੇਰੇ ਨਗਰ ਨੇ ਬਹੁਤ ਵੱਡਾ ਸਾਥ ਆ ਜਿਹੜਾ ਸਾਡਾ। ਜਦੋਂ ਸਰਦਾਰ ਸਾਧੂ ਸਿੰਘ ਜੀ ਇੱਥੋਂ ਇਲੈਕਸ਼ਨ ਲੜਦੇ ਰਹੇ 1996 ਦੇ ਵਿੱਚ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਪਹਿਲੀ ਵਾਰ ਪਾਰਲੀਮੈਂਟ ਦਾ ਇਲੈਕਸ਼ਨ ਲੜੇ ਸੀ, ਬਹੁਤ ਵੱਡੀਆਂ ਵੋਟਾਂ ਦੇ ਨਾਲ ਜਿੱਤ ਕੇ ਉਹ ਪਾਰਲੀਮੈਂਟ 'ਚ ਗਏ ਸੀ। ਉਸ ਤੋਂ ਬਾਅਦ ਕਈ ਪਾਰਲੀਮੈਂਟ ਦੇ 2004 ਤੱਕ ਇਲੈਕਸ਼ਨ ਹੋਏ, ਕਿਉਂਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ 2009 ਤੱਕ ਇੱਥੋਂ ਮੈਂਬਰ ਪਾਰਲੀਮੈਂਟ ਰਹੇ ਤੇ ਸੈਂਟਰ ਦੇ ਵਿੱਚ ਸਨ ਜੋ ਮੰਤਰੀ ਵੀ ਰਹੇ। ਤਾਂ ਬੜਾ ਮਾਣ ਮਹਿਸੂਸ ਹੋਇਆ ਕਿ ਕਿਸੇ ਕੰਮ ਨੂੰ ਜਾਣਾ ਉਹਨਾਂ ਕੋਲੇ, ਉਹਨਾਂ ਨੇ ਖਿੜੇ ਮੱਥੇ ਉਹ ਕੰਮ ਕਰਨਾ। ਤੇ ਹੌਲੀ ਹੌਲੀ ਲੋਕਾਂ ਦੇ ਵਿੱਚ, ਕਿਉਂਕਿ ਮੈਂ 92 ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਜਿਹੜੀ ਉਹ ਕੰਟੀਨਿਊ ਕਰਦਾ ਰਿਹਾ, ਕਿਉਂਕਿ ਮੇਰਾ ਪਰਿਵਾਰ ਜਿਹੜਾ ਪਹਿਲੇ ਪੰਥਕ ਪਾਰਟੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ ਸੀ। ਜਨਮ ਮੇਰਾ ਸ਼੍ਰੋਮਣੀ ਅਕਾਲੀ ਦਲ 'ਚ ਹੋਇਆ ਤੇ ਅਖੀਰਲੇ ਦਮ ਤੱਕ ਸ਼੍ਰੋਮਣੀ ਅਕਾਲੀ ਦਲ 'ਚ ਹੀ ਰਹਿਣਾ। ਤੇ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਬਹੁਤ ਵੱਡਾ ਮਾਣ ਆ ਜਿਹੜਾ ਪਹਿਲਾਂ ਮੈਨੂੰ ਕਈ ਹੋਰ ਅਹੁਦਿਆਂ ਤੇ ਪਲਾਓ ਟੈਲੀਫੋਨ ਐਡਵਾਈਜ਼ਰੀ ਕਮੇਟੀ ਦੀ ਗੱਲ ਹੋਵੇ, ਭਲਾ ਕਿਸੇ ਡਾਇਰੈਕਟਰ ਬਣਾਉਣ ਦੀ ਗੱਲ ਹੋਵੇ, ਜਾਂ ਕਿਸੇ ਵੀ 2004 ਦੇ ਵਿੱਚ ਮੈਨੂੰ ਟਿਕਟ ਦਿੱਤੀ SGPC ਦੀ, 2008 ਦੇ ਵਿੱਚ ਬਤੌਰ ਜ਼ਿਲ੍ਹੇ ਦਾ ਸੇਵਾਦਾਰ ਲਾਇਆ, ਅੱਜ ਤੱਕ ਚੌਥੀ ਵਾਰ ਜ਼ਿਲ੍ਹੇ ਦੀ ਸੇਵਾ ਦਾ ਮੌਕਾ ਦਿੱਤਾ। 2017 ਦੇ ਵਿੱਚ ਮੌਕੇ 'ਤੇ ਹੀ ਟਿਕਟ ਦਾ ਜਿਹੜਾ ਪ੍ਰਧਾਨ ਜੀ ਨੇ ਮਨ ਬਣਾ ਲਿਆ, ਟਿਕਟ ਦਿੱਤੀ। 2022 ਦੇ ਵਿੱਚ ਫਿਰ ਸਭ ਤੋਂ ਪਹਿਲਾਂ ਹੀ ਐਲਾਨ ਕਰਤਾ ਕਿ ਤੁਸੀਂ ਇਲੈਕਸ਼ਨ ਲੜਨਾ। ਜਦੋਂ ਮੈਨੂੰ ਯਾਦ ਆ ਕਿ 7000 ਵੋਟਾਂ ਦੇ ਲੂਜ ਹੋ ਕੇ ਪ੍ਰਧਾਨ ਜੀ ਨੂੰ ਮਿਲਣ ਗਿਆ ਸੀ, ਉਸੇ ਦਿਨ ਹੀ ਕਹਿਤਾ ਕਿ ਤੂੰ ਹੀ ਇਲੈਕਸ਼ਨ ਲੜਨਾ ਬਾਘੇ ਪੁਰਾਣੇ ਤੋਂ, ਆਪਦੀ ਅੱਜ ਤੋਂ ਹੀ ਤਿਆਰੀ ਕਰ ਲਓ। ਉਸੇ ਦਿਨ ਤੋਂ ਲੈ ਕੇ ਪੂਰੇ ਹਲਕੇ ਦੇ ਵਿੱਚ ਹਰ ਦੁੱਖ ਸੁੱਖ ਦੇ ਵਿੱਚ ਪੂਰੀ ਕੋਸ਼ਿਸ਼ ਕੀਤੀ ਕਿ ਹਰ ਭੈਣ ਭਰਾ ਦੇ ਨਾਲ ਮੇਲ ਮਿਲਾਪ ਰੱਖਿਆ ਜਾਵੇ, ਕਿਉਂਕਿ 30-32 ਸਾਲ ਹੋ ਗਏ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੇਵਾ ਕਰਦਿਆਂ। ਕਦੇ ਵੀ ਕੋਈ ਇਹੋ ਜਿਹੀ ਗੱਲ ਨਹੀਂ ਹੋਣ ਦਿੱਤੀ ਕਿ ਪਾਰਟੀ ਨੂੰ ਕਿਸੇ ਗੱਲ ਦਾ ਸਾਹਮਣਾ ਕਰਨਾ ਪਵੇ। ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੀ ਗੱਲ ਕਰ ਲਈਏ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਦੀ ਗੱਲ ਕਰ ਲਈਏ, ਕਿਉਂਕਿ ਉਸ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੇ ਮਾਣ ਹੀ ਇਹਨਾਂ ਦਿੱਤਾ ਕਿ ਮੈਂ ਸਧਾਰਨ ਪਰਿਵਾਰ 'ਚੋਂ ਹਾਂ, ਕੋਈ ਲੈਣ ਲੜ ਨਹੀਂ। ਮੇਰੇ ਦਾਦਾ ਜੀ ਕੋਲੇ 20 ਕਿੱਲੇ ਜ਼ਮੀਨ ਸੀ, ਉਹੀ 20 ਕਿੱਲੇ ਦੇ 20 ਕਿੱਲੇ ਤੁਰੇ ਆਉਂਦੇ ਆ। ਮੇਰੇ ਦੋਨੇ ਬੇਟੇ ਜਿਹੜੇ ਕੈਨੇਡਾ ਦੇ ਵਿੱਚ ਡਰਾਈਵਰੀ ਕਰਦੇ ਆ, ਟਰੱਕ ਚਲਾਉਂਦੇ ਆ। ਮੇਰੇ ਘਰੋਂ ਬੇੜੀਆਂ ਤੋੜਨ ਵੀ ਉੱਥੇ ਜਾਂਦੀ ਹੈ। ਇਸ ਕਰਕੇ ਇਮਾਨਦਾਰੀ ਦੇ ਨਾਲ ਸੇਵਾ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਕਰਨ ਦਾ ਮੌਕਾ ਮਿਲਿਆ। ਤੇ ਉਹਨਾਂ ਨੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਮੈਨੂੰ ਇੱਕ ਗੱਲ ਦਾ ਬੜਾ ਚਾਅ ਕਿ ਉਹਨਾਂ ਨੇ ਜਦੋਂ ਵੀ ਕਿਸੇ ਦੇ ਕੰਮ ਗਏ ਆ, ਉਹਨਾਂ ਨੇ ਖਿੜੇ ਮੱਥੇ ਉਸੇ ਟਾਈਮ ਕੰਮ ਕੀਤਾ। ਜੇ ਕੋਈ ਡਿਵੈਲਪਮੈਂਟ ਦੀ ਗੱਲ ਹੋਈ ਤਾਂ ਉਸੇ ਸਮੇਂ ਉਹਨਾਂ ਨੇ ਕਿਹਾ ਕਿ ਹੋ ਗਿਆ। ਕਦੇ ਮੈਨੂੰ ਨਾ ਦਾ ਜਵਾਬ ਨਹੀਂ ਉਹਨਾਂ ਕੋਲੋਂ ਮਿਲਿਆ। ਮੈਨੂੰ ਇੰਨਾ ਮਾਣ ਆ ਸਾਡੇ ਪ੍ਰਧਾਨ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਤੇ। ਇਸ ਕਰਕੇ ਮੈਨੂੰ ਜੋ ਵੀ ਉਹਨਾਂ ਦਾ ਹੁਕਮ ਆ ਉਹ ਲਾਈ ਹੁਕਮ ਹੁੰਦਾ। ਮੈਂ ਕਦੇ ਉਹਨਾਂ ਨੂੰ ਇਹ ਨਹੀਂ ਕਿਹਾ, ਅੱਗੋਂ ਉਹਨਾਂ ਨੇ ਕਿਹਾ ਵੀ ਤੀਰਥ ਤੁਸੀਂ ਆਹ ਕੰਮ ਕਰਨਾ, ਮੈਂ ਕਿਹਾ ਸਰ ਠੀਕ ਆ। ਕਦੇ ਇਹੋ ਜਿਹਾ ਲਫ਼ਜ਼ ਨਹੀਂ ਨਿਕਲਿਆ ਕਿ ਸਾਰੇ ਔਖਾ ਜਾਂ ਇਹ ਆਪਾਂ ਕਰ ਨਹੀਂ ਸਕਦੇ। ਤੇ ਹਮੇਸ਼ਾ ਪ੍ਰਮਾਤਮਾ ਨੇ ਬੜੀ ਕਿਰਪਾ ਕੀਤੀ ਕਿ ਜੋ ਉਹਨਾਂ ਨੇ ਹੁਕਮ ਕਿਹਾ ਉਹਦੀ ਪਾਲਣਾ ਕੀਤੀ, ਪੂਰੇ ਉਤਰਿਆ। ਤਾਂ ਕਰਕੇ ਤੇ ਇੱਕ ਮੇਰਾ ਨਗਰ ਆ ਜਿਹੜਾ, ਮੇਰੇ ਨਗਰ ਨੇ ਬਹੁਤ ਮੇਰਾ ਸਾਥ ਦਿੱਤਾ, ਕਿਉਂਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦਾ ਕਿੰਨਾ ਵੱਡਾ ਹਲਕਾ, ਸਾਰੇ ਹਲਕੇ 'ਚੋਂ ਸਭ ਤੋਂ ਵੱਧ ਵੋਟਾਂ ਮੇਰੇ ਨਗਰ 'ਚੋਂ ਜਿੰਨੇ ਇਲੈਕਸ਼ਨ ਉਹਨਾਂ ਨੇ ਲੜੇ ਪੈਂਦੀਆਂ ਰਹੀਆਂ। ਜਿੱਥੇ ਸਰਦਾਰ ਸਾਧੂ ਸਿੰਘ ਜੀ ਨੇ ਇਲੈਕਸ਼ਨ ਲੜਿਆ, MLA ਸਾਹਿਬ ਨੇ, ਸਰਦਾਰ ਰਾਜਾ ਸਾਹਿਬ ਨੇ, ਸਭ ਤੋਂ ਵੱਧ ਹਲਕੇ 'ਚੋਂ ਉਹਨਾਂ ਨੂੰ ਵੋਟਾਂ ਪੈਂਦੀਆਂ ਰਹੀਆਂ। ਜੇ ਸਰਦਾਰ ਮਹੇਸ਼ਿੰਦਰ ਸਿੰਘ ਜੀ MLA ਬਣੇ ਤਾਂ ਉਦੋਂ ਵੀ ਸਭ ਤੋਂ ਵੱਧ ਵੋਟਾਂ ਮੇਰੇ ਨਗਰ 'ਚੋਂ ਪਈਆਂ। ਤੇ ਵਰਕ ਵੀ
ਸਾਰੇ ਪੜਾਅ ਸਰਦਾਰ ਸਾਧੂ ਸਿੰਘ ਜੀ ਦਾ ਇਲੈਕਸ਼ਨ ਹੋਵੇ, ਪੜਾਅ ਪਾਰਲੀਮੈਂਟ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦਾ ਇਲੈਕਸ਼ਨ ਹੋਵੇ, ਪੜਾਅ ਬੀਬੀ ਪਰਮਜੀਤ ਕੌਰ ਗੁਲਸ਼ਨ ਦਾ ਇਲੈਕਸ਼ਨ ਹੋਵੇ, ਜਿਹੜਾ ਵੀ ਇਲੈਕਸ਼ਨ ਹੋਇਆ ਸਭ ਤੋਂ ਵੱਧ ਵੋਟਾਂ ਜਿਹੜੀਆਂ ਮਾਲਾ ਕਲਾਂ 'ਚੋਂ ਨਿਕਲੀਆਂ ਰਹੀਆਂ। ਜਦੋਂ ਬਹੁਤ 2014 ਦੇ ਵਿੱਚ ਮੈਂ ਪੂਰੇ ਜ਼ਿਲ੍ਹੇ ਦੀ ਗੱਲ ਕਰ ਰਹਾ ਤਾਂ ਉਦੋਂ ਵੀ 1350 ਦੀ ਲੀਡ ਮਾਲਾ ਕਲਾਂ 'ਚ ਹੋਈ। ਮੇਰੇ ਪਿੰਡ ਦੇ ਸਾਰੇ ਮੇਰੇ ਸਾਥੀ ਜਿਹੜੇ, ਮੈਂ ਸਮਝਦਾ ਕਿ ਮੈਂ ਇਹਨਾਂ ਦਾ ਦੇਣ ਨਹੀਂ ਦੇ ਸਕਦਾ ਜਿੰਨਾ ਮੇਰੇ ਪਿੰਡ ਨੇ ਤੇ ਮੇਰੇ ਹਲਕੇ ਨੇ ਤੇ ਮੇਰੇ ਜਿਹੜੇ ਨਾਲ ਦੇ ਮਿੱਤਰ ਨੇ, ਉਹਨਾਂ ਨੇ ਐਡਾ ਵੱਡਾ ਸਾਥ ਦਿੱਤਾ। ਅੱਜ ਤੱਕ ਕੋਈ ਵੀ ਸਾਥੀ ਮੇਰਾ ਸਾਥ ਛੱਡ ਕੇ ਨਹੀਂ ਗਿਆ ਜੋ ਮੈਂ ਪੋਲੀਟੀਸ਼ੀਅਨ 'ਚ ਆਇਆ, ਜੋ ਸਿਆਸਤ ਦੇ ਵਿੱਚ ਆਇਆ। ਅਤੇ ਮੇਰੀ ਮਾਤਾ ਜੀ ਹੋਣਾ ਨੇ, ਮੇਰੇ ਪੂਰੇ ਪਰਿਵਾਰ ਨੇ ਘਰੇ ਵੀ ਕਦੇ ਮੱਥੇ ਵੱਟ ਨਹੀਂ ਪਾਇਆ ਕਿ ਤੂੰ ਕਾਕਾ ਘਰ ਦਾ ਕੰਮ ਨਹੀਂ ਕੀਤਾ ਤੇ ਤੂੰ ਫਲਾਣੇ ਥਾਂ ਕੰਮ ਛੱਡ ਕੇ ਉੱਠ ਗਿਆ। ਮੈਨੂੰ ਬਿਲਕੁਲ ਹੀ ਇਹ ਕਿਹਾ ਕਿ ਤੂੰ ਲੋਕਾਂ ਦੀ ਸੇਵਾ ਕਰਨੀ ਹੈ। ਮੇਰੇ ਬੇਟਿਆਂ ਦਾ ਵੀ ਇਹ ਕਿਹਾ ਕਿ ਬੇਸ਼ੱਕ ਅਸੀਂ ਟਰੱਕ ਚਲਾ ਕੇ ਉੱਧਰੋਂ ਜਿਵੇਂ ਮਰਜ਼ੀ ਗੁਜ਼ਾਰਾ ਕਰੀਏ, ਕੁਛ ਕਰੀਏ, ਤੂੰ ਲੋਕਾਂ ਦੀ ਸੇਵਾ ਕਰਨੀ ਹੈ। ਇਵੇਂ ਮੇਰੇ ਸਾਰੇ ਪਰਿਵਾਰ ਦਾ, ਮਾਤਾ ਜੀ ਦਾ, ਮੇਰੇ ਵਾਈਫ ਦਾ, ਸਾਰਿਆਂ ਦਾ ਇਹੋ ਇੱਕੋ ਹੀ ਤਹਈਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰਨੀ, ਲੋਕਾਂ ਦੀ ਸੇਵਾ ਕਰਨੀ। ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੀ ਇਹ ਖਾਸੀਅਤ ਹੈ ਕਿ ਉਹਨਾਂ ਨੇ ਡਿਵੈਲਪਮੈਂਟ ਤੇ ਇੰਨੀਆਂ ਮੀਟਿੰਗਾਂ ਕਰਨੀਆਂ, ਇੰਨਾ ਜ਼ੋਰ ਦਿੱਤਾ ਕਿ 4 ਲੇਨ ਸੜਕਾਂ ਕਿਵੇਂ ਬਣਾਈਆਂ ਜਾਣ, ਕਿਵੇਂ ਪੰਜਾਬ ਨੂੰ ਮੈਂ ਅੱਗੇ ਜਾ ਸਕਦਾ। ਬਾਘੇ ਪੁਰਾਣੇ ਹਲਕੇ ਦੀ ਗੱਲ ਕਰ ਲਓ ਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪਾਰਲੀਮੈਂਟ ਦਾ ਇਲੈਕਸ਼ਨ ਲੜਦੇ ਸੀ, ਐਮਐਲਏ ਸਰਦਾਰ ਸਾਧੂ ਸਿੰਘ ਜੀ ਹੁੰਦੇ ਸੀ, ਪਰ ਜੋ ਕੁਝ 17 ਮੰਗਾਂ ਮੈਨੂੰ ਯਾਦ ਆ ਕਿ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਇੱਕੋ ਵਾਰ ਸ਼ਿਵਾਜ ਮੰਡੀ ਦੇ ਵਿੱਚ ਅਨਾਉਂਸ ਕਰਕੇ ਗਏ ਸੀ ਤੇ ਨਾਲ ਦੀ ਨਾਲ ਪੂਰੀਆਂ ਕੀਤੀਆਂ। ਤਹਿਸੀਲ ਹੋਵੇ, ਉਦੋਂ ਬਾਅਦ ਦੇ ਵਿੱਚ ਮੰਡੀ ਹੋਵੇ, ਵੱਡੀਆਂ ਮੰਗਾਂ ਜਿਹੜੀਆਂ, ਤੇ ਬਾਅਦ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਸੀਵਰੇਜ ਪਵਾਇਆ, ਤਹਿਸੀਲ ਕੰਪਲੈਕਸ ਬਣਾਇਆ। ਜਿੰਨੀਆਂ ਮੰਡੀਆਂ ਬਣੀਆਂ ਬਾਘੇ ਪੁਰਾਣੇ ਹਲਕੇ ਸਾਰੀਆਂ ਸ਼੍ਰੋਮਣੀ ਅਕਾਲੀ ਦਲ ਨੇ ਬਣਾਈਆਂ, ਜਿੰਨੀਆਂ ਧਰਮਸ਼ਾਲਾ ਬਣੀਆਂ ਸਾਰੀਆਂ ਸ਼੍ਰੋਮਣੀ ਅਕਾਲੀ ਦਲ ਨੇ ਬਣਾਈਆਂ। ਜਿੰਨੇ ਗ੍ਰਿਡ ਲੱਗੇ ਆ ਬਾਘੇ ਪੁਰਾਣੇ ਹਲਕੇ 'ਚ, ਪੜਾ ਉਹ 66 kV ਦੇ ਆ, ਪੜਾ 132 kV ਦੇ ਆ, ਪੜਾ 220 kV ਦੇ ਆ, ਉੱਥੇ ਜੇ ਤੁਸੀਂ ਬੋਰਡ ਵੇਖੋਗੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਲੱਗੇ ਹੋਣਗੇ, ਕਿਉਂਕਿ ਪੱਥਰ ਸ਼੍ਰੋਮਣੀ ਅਕਾਲੀ ਦਲ ਦੇ ਪਹਿਲਾਂ ਲੱਗੇ ਆ। ਛੋਟੀਆਂ ਛੋਟੀਆਂ ਚੀਜ਼ਾਂ ਉਹ ਵੀ ਕੋਈ ਮਨਰੇਗਾ 'ਚੋਂ ਬਣੀ ਹੈ, ਕੋਈ 14ਵੇਂ ਤੇ 15ਵੇਂ ਵਿੱਤ ਕਮਿਸ਼ਨ ਸੈਂਟਰ ਦੇ ਪੈਸੇ 'ਚੋਂ ਬਣੀ ਹੈ। ਪੰਜਾਬ ਨੂੰ ਧੇਲਾ ਜਿਹੜਾ ਇਹਨਾਂ ਨੇ ਇਸ ਹਲਕੇ ਨੂੰ ਨਹੀਂ ਲਿਆ ਕੇ ਦਿੱਤਾ। ਬੜੀਆਂ ਵੱਡੀਆਂ ਗੱਲਾਂ ਕੀਤੀਆਂ ਸੀ ਕਿ ਮੈਡੀਕਲ ਕਾਲਜ ਮੈਂ ਲੈ ਕੇ ਆਊਂਗਾ, ਇੱਕ ਚੋਣ ਮੈਨੀਫੈਸਟੋ ਵੱਖਰਾ ਬਣਾਇਆ ਸੀ ਬਾਘੇ ਪੁਰਾਣੇ ਦਾ, ਮੇਰੇ ਕੋਲੇ ਉਹਦਾ ਹਜੇ ਪਈ ਹੈ, ਦੂਜਾ ਆਪਣਾ ਉਹਨਾਂ ਦਾ ਚੋਣ ਮੈਨੀਫੈਸਟੋ ਪਿਆ, ਜਿਹਦੇ ਵਿੱਚ ਸਭ ਤੋਂ ਵੱਡੀ ਗੱਲ ਕੀਤੀ ਐਜੂਕੇਸ਼ਨ ਦੀ, ਸਭ ਤੋਂ ਵੱਡੀ ਗੱਲ ਕੀਤੀ ਹੈਲਥ ਦੀ, ਕਿ ਜਿਹੜੇ ਸਿਹਤ ਸਹੂਲਤਾਂ ਵਾਸਤੇ ਵੱਡੇ ਵੱਡੇ ਹਸਪਤਾਲ ਮੈਂ ਬਾਘੇ ਪੁਰਾਣੇ 'ਚ ਬਣਾਊਂਗਾ, ਆਪਣੇ ਹਲਕੇ 'ਚ ਬਣਾਊਂਗਾ। ਪਰ ਇਹ ਤਾਂ ਕੀ ਕਰਨਾ ਸੀ, ਜਿਹੜੇ ਸਾਡੇ ਸੇਵਾ ਕੇਂਦਰ ਬਣਾਏ ਸੀ ਸਾਡੇ ਪ੍ਰਧਾਨ ਸਾਹਿਬ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ, ਉਹ ਬੰਦ ਕਰਤੇ। ਅੱਜ ਸੇਵਾ ਕੇਂਦਰ ਬਾਘੇ ਪੁਰਾਣੇ ਦੇ ਵਿੱਚ ਚੱਲ ਰਹੇ ਆ, ਉਹ ਵੀ ਅਸੀਂ ਸਬ ਤਹਿਸੀਲ ਬਣਾਤੀ ਸਮਾਲਸਰ, ਜਮਾ ਉਦੋਂ ਨੇੜੇ ਸੀ ਚੋਣ ਜਾਬਤਾ ਲੱਗਣ ਦੇ। ਸਬ ਤਹਿਸੀਲ ਮੈਨੂੰ ਲੱਗਦਾ 1 ਹਫ਼ਤਾ ਜਾਂ 10 ਦਿਨ ਪਹਿਲਾਂ ਬਣਾਈ, ਉਹ ਚਾਲੂ ਕਰਤੀ। ਉੱਥੇ ਜਿਹੜਾ ਸੇਵਾ ਕੇਂਦਰ ਰਹਿ ਗਿਆ, ਉਹਨਾਂ ਪਿੰਡਾਂ ਨੂੰ ਬੜਾ ਵੱਡਾ ਸੁੱਖ ਹੋਇਆ ਉਹਦਾ। ਜਿਵੇਂ ਪਹਿਲਾਂ ਬਾਘਾ ਪੁਰਾਣਾ ਤਹਿਸੀਲ ਬਣਾਈ ਸੀ, ਫਿਰ ਅਸੀਂ ਸਬ ਤਹਿਸੀਲ ਬਣਾਤੀ। ਇਸ ਕਰਕੇ ਬੀਬਾ ਜੀ ਉਹਨਾਂ ਨੇ, ਬੀਬਾ ਹਰਸਿਮਰਤ ਕੌਰ ਬਾਦਲ ਨੇ, ਜਿਹੜੀਆਂ ਪ੍ਰਧਾਨ ਮੰਤਰੀ ਯੋਜਨਾ ਵਾਲੀਆਂ ਸੜਕਾਂ ਸੀ, ਉਹ ਬਾਘੇ ਪੁਰਾਣੇ ਹਲਕੇ ਨੂੰ, ਪੂਰੇ ਮੋਗੇ ਜ਼ਿਲ੍ਹੇ ਨੂੰ ਬਹੁਤ ਹੀ ਵੱਡੀ ਤਾਦਾਦ ਦੇ ਵਿੱਚ ਉਹ ਦਿੱਤੀਆਂ, ਜਿਨ੍ਹਾਂ ਦਾ ਕੰਮ ਕੁਝ ਚੱਲ ਰਿਹਾ, ਕੁਝ ਚੱਲ ਪਊਗਾ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਜਿੰਨਾ ਚਿਰ ਬੀਜੇਪੀ ਨਾਲ ਲੈਸ ਰਿਹਾ, ਸੈਂਟਰ ਦੇ ਵਿੱਚੋਂ ਬੜਾ ਏਮਜ ਹੋਵੇ, ਬੜਾ ਪੀਜੀਆਈ ਹੋਵੇ ਫਿਰੋਜ਼ਪੁਰ ਦੇ ਵਿੱਚ, ਜਿਹਦਾ 500 ਕਰੋੜ ਰੁਪਇਆ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਮੈਂਬਰ ਪਾਰਲੀਮੈਂਟ ਬਣਦੇ ਹੀ ਲੈ ਕੇ ਆਏ, ਪੀਜੀਆਈ ਹਸਪੀਟਲ ਲੈ ਕੇ ਆਏ, ਜਿਹੜਾ ਕਿ ਸਾਨੂੰ ਚੰਡੀਗੜ੍ਹ ਜਾਣਾ ਪੈਂਦਾ, ਹੁਣ ਫਿਰੋਜ਼ਪੁਰ ਸਰਜਾ ਕਰੂ। ਇਸ ਕਰਕੇ ਮੈਂ ਸਮਝਦਾ ਕਿ ਪ੍ਰਧਾਨ ਸਾਹਿਬ ਨੂੰ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੂੰ, ਜਿਵੇਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੂੰ ਲੋਕਾਂ ਦੇ ਨਾਲ ਲਗਾਵ ਹੈ, ਲੋਕਾਂ ਨਾਲ ਸਿਫਤੀ ਹੈ ਕਿ ਗਰੀਬ ਨੂੰ ਕਿਵੇਂ ਅਸੀਂ ਪਾਲਣ ਪੋਸ਼ਣ ਕਰ ਸਕਦੇ ਹਾਂ, ਗਰੀਬ ਦੀ ਧੀ ਨੂੰ ਸ਼ਗਨ ਕਿਵੇਂ ਦੇ ਸਕਦੇ ਹਾਂ, ਗਰੀਬ ਲੋਕਾਂ ਨੂੰ ਪੈਨਸ਼ਨਾਂ ਕਿਵੇਂ ਦੇ ਸਕਦੇ ਹਾਂ, ਕਿਵੇਂ ਇਹਦਾ ਜਿਹੜਾ ਅਸੀਂ ਅਰੇਂਜਮੈਂਟ ਕਰ ਸਕਦੇ ਹਾਂ, ਕਿੱਥੋਂ ਫਰਾਂਸ ਦਾ ਅਸੀਂ ਅਰੇਂਜਮੈਂਟ ਕਰ ਸਕਦੇ ਹਾਂ। ਉਹ ਸਾਰਾ ਕੁਝ ਬਾਦਲ ਸਾਹਿਬ ਨੂੰ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੂੰ ਬਹੁਤ ਵੱਡਾ ਸ਼ੌਂਕ ਹੈ, ਉਹਨਾਂ ਨੂੰ ਡਿਵੈਲਪਮੈਂਟ ਦਾ ਬਹੁਤ ਵੱਡਾ ਸ਼ੌਂਕ ਹੈ। ਤੇ ਮੈਨੂੰ ਯਾਦ ਆ ਕਿ ਹਮੇਸ਼ਾ ਹੀ ਬੈਠੇ ਨਕਸ਼ੇ ਬਣਾਉਂਦੇ ਰਹਿੰਦੇ ਸੀ ਕਿ ਇੱਥੋਂ ਆਪਾਂ ਆਹ ਸੜਕ ਇੱਥੋਂ ਨੂੰ ਕੱਢਣੀ ਹੈ, ਆਪਾਂ ਆਹ ਫਲਾਈਓਵਰ ਜਿਹੜਾ ਇੱਥੇ ਬਣਾਉਣਾ। ਮੈਂ ਹਾਜ਼ਰ ਰਿਹਾ ਕਿੰਨੀਆਂ ਗੱਲਾਂ ਦੇ ਵਿੱਚ, ਤੜਕੇ 5 ਵਜੇ ਤੱਕ, ਸਵੇਰ ਦੇ 5 ਵਜੇ ਤੱਕ ਮੀਟਿੰਗਾਂ ਚੱਲਦੀਆਂ ਰਹੀਆਂ, ਵੱਡੇ ਅਫਸਰ ਉੱਥੇ ਬੈਠੇ ਹੁੰਦੇ ਸੀ। ਅਫਸਰ ਵੀ ਕਈ ਵਾਰੀ ਤੰਗ ਹੋ ਜਾਂਦੇ ਸੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸੌਂਦੇ ਪਤਾ ਨਹੀਂ ਕਿਹੜੇ ਸਮੇਂ ਆ, ਤੇ 5 ਵਜੇ ਤੱਕ ਮੀਟਿੰਗਾਂ ਦੇ ਵਿੱਚ ਮੈਂ ਆਪ ਹਾਜ਼ਰ ਰਿਹਾ। ਇੱਕ ਵਾਰ ਮੈਨੂੰ ਯਾਦ ਆ, ਜਿਹਦਾ ਸਰਦਾਰ ਤੋਤਾ ਸਿੰਘ ਜੀ ਸਾਡੇ ਉਦੋਂ ਹਾਰ ਗਏ ਸੀ 2007 ਦੇ ਵਿੱਚ, ਤੇ ਉਹਨਾਂ ਦੇ ਘਰੇ ਬੈਠ ਕੇ ਉੱਥੇ ਹੀ ਚੇਅਰਮੈਨ ਨੂੰ ਸੱਦਿਆ, ਉੱਥੇ ਹੀ ਚੀਫ ਨੂੰ ਸੱਦਿਆ, ਬਿਜਲੀ ਬੋਰਡ ਨੂੰ, ਇੱਥੇ ਬੈਠ ਕੇ ਬਣਾਏ ਕਿ ਆਹ ਗ੍ਰਿਡ 220 ਦਾ ਬਣਨ ਵਾਲਾ, ਇੱਥੇ 132 ਦਾ ਕਰਨ ਵਾਲਾ, ਇੱਥੇ ਗ੍ਰਿਡ ਆ ਜਿਹੜੇ
ਉਹ ਸਾਰੇ ਜ਼ਿਲ੍ਹੇ ਦੀ ਪਲੈਨਿੰਗ ਬਣਾ ਕੇ ਇੱਥੇ ਹੀ ਮਨਜ਼ੂਰ ਕਰ ਗਏ। ਇੱਥੇ ਹੀ ਕਹਿਤਾ ਵੀ ਜਿਹੜੇ ਮੈਂ ਕਰਤੇ, ਚੇਅਰਮੈਨ ਨੂੰ ਕਿਹਾ ਕਿ ਇਹ ਅਪਰੂਵਲ ਦੇ ਦਿਓ ਇੱਥੇ। ਉਹ ਇੱਥੇ ਹੀ ਕਸੀਆਂ ਦਾ ਜਿਹੜਾ ਸਾਡਾ ਸੂਏ ਉੱਚੇ ਕਰਨੇ ਸੀ, ਸੂਏ ਨਵੇਂ ਬਣਨੇ ਸੀ, ਜਿਵੇਂ ਡਰੈਚ ਚੈਨਲ ਬਣਿਆ, ਇੱਥੇ ਹੀ ਚੀਫ ਬੁਲਾਇਆ ਹੋਇਆ ਸੀ। ਪੂਰਾ ਪਾਣੀ ਦਾ ਇਰੀਗੇਸ਼ਨ ਦਾ ਸਾਰਾ ਇੱਥੇ ਬੈਠ ਕੇ ਜਥੇਦਾਰ ਸਾਹਿਬ ਦੀ ਕੋਠੀ ਸਾਨੂੰ ਸਾਰਿਆਂ ਨੂੰ ਬੁਲਾਇਆ ਹੋਇਆ ਸੀ। ਉੱਥੇ ਅਸੀਂ ਸਾਰੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਮੌਜੂਦ ਸੀ। ਸਾਨੂੰ ਪੁੱਛ ਕੇ ਕਿਹੜਾ ਕੱਸੀ ਸੂਆ, ਕਿਹੜਾ ਤੁਹਾਡਾ ਬਣਨ ਵਾਲਾ, ਕੀ ਕਰਨ ਵਾਲਾ, ਉੱਥੇ ਹੀ ਉਹਨਾਂ ਨੇ ਮਨਜ਼ੂਰ ਕੀਤੇ। ਅੱਜ ਤੱਕ ਇਹ ਕਦੇ ਮੈਂ ਦੇਖਿਆ ਨਹੀਂ ਕਿ ਉਦੋਂ ਮੈਂਬਰ ਪਾਰਲੀਮੈਂਟ ਦੀ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਇੱਥੇ ਬੈਠ ਕੇ ਸਾਰਾ ਕੁਝ ਉਹ ਕਰਕੇ ਗਏ। ਉਸ ਤੋਂ ਬਾਅਦ ਡਿਪਟੀ ਮੁੱਖ ਮੰਤਰੀ ਬਣਦੇ ਆ। ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਬਹੁਤ ਵੱਡੀ ਦੇਣ ਆ ਪੰਜਾਬ ਨੂੰ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਬਹੁਤ ਵੱਡੀ ਦੇਣ ਆ। ਜਿੰਨੀਆਂ ਵੈਲਫੇਅਰ ਸਕੀਮਾਂ ਲੈ ਕੇ ਆਉਂਦੀਆਂ ਉਹ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੇ ਲੈ ਕੇ ਆਉਂਦੀਆਂ। ਇਸ ਕਰਕੇ ਸ਼ੌਂਕ ਹੈ, ਇਹ ਸ਼ੌਂਕ ਬੰਦਾ ਕੰਮ ਕਰਦਾ। ਜਿਵੇਂ ਮੈਂ ਆਪਦੀ ਗੱਲ ਕਰਾਂ, ਲੋਕਾਂ ਤੋਂ ਪੁੱਛ ਲਓ, ਮੈਂ ਕਦੇ ਇਹ ਸਮਝਦਾ ਕਿ ਕਿਸੇ ਨੂੰ ਫਾਈਲ ਲੈ ਕੇ ਕਿਸੇ ਦਫ਼ਤਰ ਨਾ ਜਾਣਾ ਪਵੇ। ਮੈਨੂੰ ਫੜਾ ਜਾਣ, ਮੈਂ ਕੰਮ ਕਰਕੇ ਉਹਨਾਂ ਦਾ ਦੱਸਾਂ, ਮੈਨੂੰ ਇਹ ਸ਼ੌਂਕ ਹੈ। ਇਸ ਕਰਕੇ ਕੰਮ ਕਰਨ ਦਾ ਜਿਹੜਾ ਸ਼ੌਂਕ ਹੁੰਦਾ, ਬਿਲਕੁਲ ਝੂਠ ਮਾਰਦਾ ਜਿਹੜਾ ਕਦੇ ਮਨ 'ਚ ਨਹੀਂ ਸੋਚਿਆ। ਜੇ ਕਿਸੇ ਦਾ ਕੰਮ ਨਹੀਂ ਹੋ ਸਕਦਾ ਉਹਨੂੰ ਕਹੀਦਾ ਵੀ ਭਰਾਵਾ ਹੱਥ ਬੰਨੇ, ਨਹੀਂ ਇਹ ਕੰਮ ਕਰ ਸਕਦੇ। ਪਰ ਜਿਹੜਾ ਕਰਦੇ ਆ, ਕਿਉਂਕਿ 70-75% ਕੰਮ ਹੋਣ ਵਾਲੇ ਹੁੰਦੇ ਆ, ਉਹ ਪੂਰਾ ਤਕੜੇ ਹੋ ਕੇ ਕੋਸ਼ਿਸ਼ ਕਰੀਦੀ ਹੈ ਕਿ ਕੰਮ ਕਰੀਏ। ਕੰਮ ਕਰਕੇ ਹਰੇਕ ਨੂੰ ਸੁਣਿਆ ਪਹੁੰਚਦਾ ਕਰੀਏ ਵੀ ਭਾਈ ਸਾਹਿਬ ਤੇਰਾ ਕੰਮ ਆ ਜਿਹੜਾ ਹੋ ਗਿਆ, ਜਾਂ ਇਸ ਸਟੇਜ ਤੇ ਹਮੇਸ਼ਾ ਹੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਕੋਲੇ ਕਦੇ ਇਹ ਨਹੀਂ ਹੋਇਆ ਕਿ ਉੱਥੇ ਬੰਦਿਆਂ ਨੂੰ ਲਈ ਫਿਰੋ, ਅਗਲੇ ਦਾ ਖਰਚਾ ਕਰਾਓ। ਇਹ ਹੁੰਦਾ ਕਿ ਆਪ ਫਾਈਲਾਂ ਲੈ ਕੇ ਜਾਈਏ, ਲੋਕਾਂ ਦੇ ਕੰਮ ਕਰਾ ਕੇ ਲੋਕਾਂ ਨੂੰ ਦੱਸੀਏ। SSP ਸਾਹਿਬ ਦੇ ਦਫ਼ਤਰ, DC ਸਾਹਿਬ ਦੇ ਦਫ਼ਤਰ, ਹੋਰ ਤਹਿਸੀਲਾਂ ਦੇ ਵਿੱਚ ਇਹ ਹੁੰਦਾ ਕਿ ਆਪ ਜਾ ਕੇ ਕੰਮ ਕਰਾ ਕੇ ਲੋਕਾਂ ਨੂੰ ਦੱਸੀਏ, ਤਾਂ ਕਿ ਲੋਕਾਂ ਦੀ ਜਿਹੜੀ ਲੁੱਟ ਖਸੁੱਟ ਨਾ ਹੋਵੇ। ਇੱਕ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਵਾਅਦਾ ਕਰਦਾ ਲੋਕਾਂ ਨਾਲ ਕਿ ਤਹਿਸੀਲ ਦੇ ਵਿੱਚ ਪਰਮਾਤਮਾ ਨੇ ਕਿਰਪਾ ਕੀਤੀ, ਤਾਕਤ ਦਿੱਤੀ, ਸਰਕਾਰ ਬਣ ਗਈ ਸ਼੍ਰੋਮਣੀ ਅਕਾਲੀ ਦਲ ਦੀ। ਤਹਿਸੀਲ ਦੇ ਵਿੱਚ ਕੋਈ ਕਰਪਸ਼ਨ ਨਹੀਂ ਹੋਊਗੀ, ਪੈਸਾ ਨਹੀਂ ਲਊਗਾ। ਥਾਣਿਆਂ ਦੇ ਵਿੱਚ ਕੋਈ ਕਰਪਸ਼ਨ ਨਹੀਂ ਹੋਊਗੀ, ਪੈਸਾ ਨਹੀਂ ਲਊਗਾ। DSP ਦਫ਼ਤਰ ਕੋਈ ਕਰਪਸ਼ਨ ਨਹੀਂ ਹੋਊਗੀ, ਪੈਸਾ ਨਹੀਂ ਲਊਗਾ। ਇਸੇ ਤਰ੍ਹਾਂ DC ਸਾਹਿਬ ਦੇ ਦਫ਼ਤਰ, SSP ਸਾਹਿਬ ਦੇ ਦਫ਼ਤਰ ਕੋਈ ਪੈਸਾ ਨਹੀਂ ਲਊਗਾ। ਇਹ ਮੈਂ ਤੁਹਾਡੇ ਨਾਲ ਵਾਅਦਾ ਕਰਦਾ, ਕਿਉਂਕਿ ਮਨ ਦੇ ਵਿੱਚ ਇਹ ਵਲਵਲੇ ਆ ਕਿ ਪ੍ਰਮਾਤਮਾ ਨੇ ਜੋ ਤਾਕਤ ਦਿੱਤੀ, ਇਹ ਕਰਪਸ਼ਨ ਤੇ ਪੂਰਾ ਜ਼ੋਰ ਲਾ ਦੇਵਾਂਗੇ। ਜਿਹੜਾ ਨਸ਼ਾ ਲੋਕ ਵੇਚਦੇ ਨੇ ਅੱਜ, ਮੈਨੂੰ ਲੱਗਦਾ ਕਿ ਇੰਨਾ ਨਸ਼ਾ ਵਧਿਆ ਹੋਇਆ, ਉਹਦੇ ਤੇ ਵੀ ਪੂਰੀ ਨੱਥ ਪਾਉਣ ਦੀ ਜਿਹੜੀ ਪੂਰੀ ਕੋਸ਼ਿਸ਼ ਕਰਾਂਗੇ। ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੇ ਵੀ ਇਸ ਕੰਮ ਤੋਂ ਪਿੱਛੇ ਹਟ ਜਾਓ, ਨਾ ਤੁਸੀਂ ਗਲਤ ਕੰਮ ਕਰੋ। ਇਸ ਕਰਕੇ ਬੇਨਤੀਆਂ ਕਰਨ ਦੇ ਬਾਵਜੂਦ ਵੀ ਜੇ ਕੋਈ ਨਾ ਹਟੂਗਾ, ਫਿਰ ਉਹ ਕਾਨੂੰਨੀ ਕਾਰਵਾਈ ਜਿਹੜੀ ਉਹ ਹੋਊਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਭ ਦੇ ਮਨ 'ਚ ਹੁੰਦੀ ਹੈ ਕਿ ਲੋਕਾਂ ਦੇ ਵਿੱਚ ਵਿਚਰ ਗਈ ਜਿਹੜੀ ਤਾਕਤ ਪ੍ਰਮਾਤਮਾ ਨੇ ਦਿੱਤੀ ਹੈ, ਲੋਕਾਂ ਨੇ ਦਿੱਤੀ ਹੈ, ਉਹਦਾ ਸਹੀ ਇਸਤੇਮਾਲ ਕਰੀਏ। ਮੈਨੂੰ ਚੇਅਰਮੈਨ ਲਾਇਆ ਸੀ ਪਲੈਨਿੰਗ ਬੋਰਡ ਦਾ ਪ੍ਰਧਾਨ ਸਾਹਿਬ ਨੇ, ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ। ਇੱਥੇ ਬੜਾ ਰੌਣਕਾਂ ਲੱਗੀਆਂ ਹੁੰਦੀਆਂ ਸੀ ਪਹਿਲਾਂ, ਫਿਰ ਉੱਥੇ ਦਫ਼ਤਰ ਜਾਣਾ ਮੋਗੇ, ਉੱਥੇ ਰੌਣਕਾਂ ਲੱਗੀਆਂ ਹੁੰਦੀਆਂ ਸੀ। ਕਦੇ ਇਹ ਨਹੀਂ ਪੁੱਛਿਆ ਸੀ ਕਿਹੜੀ ਪਾਰਟੀ ਤੋਂ ਆਇਆ, ਕਿਹੜੇ ਪਿੰਡ ਤੋਂ ਆਇਆ। ਅਗਲੇ ਨੂੰ ਕਹਿਣਾ ਕੰਮ ਦੱਸੋ, ਕੰਮ ਕਰਾ ਕੇ ਅਗਲੇ ਨੂੰ ਚਾਹ ਪਿਆ ਕੇ ਫਿਰ ਤੋਰੀ ਸੀ। ਇਸੇ ਤਰ੍ਹਾਂ ਹਮੇਸ਼ਾ ਹੀ ਮੈਂ ਸਮਝਦਾ ਕਿ ਮੈਂ ਨਗਰ ਦਾ ਸਰਪੰਚ ਰਿਹਾ, ਮੈਂ ਉਸ ਲੈਵਲ ਤੇ ਹੀ ਹੁਣ ਵੀ ਡੀਪਲੀ ਕੰਮ ਕਰਦਾ ਕਿ ਮੈਂ ਜੇ ਸੁਸਾਇਟੀ ਦਾ ਵੀ ਮੈਂਬਰ ਰਿਹਾ, ਪਿੰਡ ਦਾ ਸਰਪੰਚ ਰਿਹਾ, ਬਲਾਕ ਸਮਿਤੀ ਦਾ ਮੈਂਬਰ ਰਿਹਾ। ਮੇਰੀ ਉਹੀ ਇੱਛਾ, ਉਹੀ ਮਾਣਾ, ਉਹੀ ਸਾਰਾ ਕੁਛ ਹੈ ਕਿ ਜਿਵੇਂ ਲੋਕਾਂ ਨੂੰ ਅੱਗੇ ਮਿਲਦਾ ਸੀ, ਉਦੋਂ ਵੀ ਨੀਵਾਂ ਹੋ ਕੇ, ਕਿਉਂਕਿ ਪ੍ਰਮਾਤਮਾ ਤਾਕਤ ਦੇਵੇ। ਜਦੋਂ ਪ੍ਰਮਾਤਮਾ ਤਾਕਤ ਦਿੰਦਾ ਤੇ ਬੰਦੇ ਨੂੰ ਨੀਵਾਂ ਹੋਣਾ ਚਾਹੀਦਾ, ਕਦੇ ਹੰਕਾਰ ਨਹੀਂ ਚਾਹੀਦਾ। ਜਿਹੜੇ ਹੰਕਾਰੇ ਹੁੰਦੇ ਉਹ ਲੋਕ ਮਾਰੇ ਹੁੰਦੇ ਆ, ਹਮੇਸ਼ਾ ਹੀ ਨਿਵਾਣੇ ਹੋ ਕੇ, ਕਿਉਂਕਿ ਇਹ ਜਿਹੜੀ ਤਾਕਤ ਹੈ ਲੋਕਾਂ ਦੀ ਦਿੱਤੀ ਹੋਈ ਤਾਕਤ ਹੈ। ਮੈਂ ਹਮੇਸ਼ਾ ਕਹਿੰਦਾ ਹੁੰਦਾ ਸੀ, ਜਦੋਂ ਮੇਰੇ ਕੋਲ ਕੋਈ ਸਾਈਨ ਕਰਾਉਣ ਜਾਂਦਾ ਸੀ, ਅਗਲਾ ਦੱਸਦਾ ਸੀ ਫਲਾਣੇ ਪਿੰਡੋਂ ਆਇਆ, ਮੈਂ ਕਹਿੰਦਾ ਇਹ ਤਾਕਤ ਜਿਹੜੀ ਥੋੜੀ ਦਿੱਤੀ ਹੋਈ ਆ, ਹਰਾ ਪੈਨਾ ਜਿਹੜਾ ਥੋੜਾ ਦਿੱਤਾ ਹੋਇਆ। ਅਸੀਂ ਕੋਈ PhD ਨਹੀਂ ਕੀਤੀ। ਜਿਹੜੇ ਸਿਆਸੀ ਲੋਕ ਨੇ, ਇਹ ਤੁਸੀਂ ਤਾਕਤ ਦਿੰਦੇ ਹੋ, ਪ੍ਰਮਾਤਮਾ ਤਾਕਤ ਦਿੰਦਾ। ਪ੍ਰਮਾਤਮਾ ਦੀ ਜਿਹੜੀ ਦਿੱਤੀ ਹੋਈ ਤਾਕਤ ਹੈ, ਲੋਕਾਂ ਦੀ ਦਿੱਤੀ ਹੋਈ ਤਾਕਤ ਹੈ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਉਹਦਾ ਸਹੀ ਇਸਤੇਮਾਲ ਕਰਵਾਈ, ਕਦੇ ਕਿਸੇ ਦੇ ਖਿਲਾਫ ਇਹੋ ਜਿਹੀ ਕੋਈ ਗੱਲ ਨਾ ਹੋਵੇ। ਬਾਈ ਜੀ ਬਹੁਤ ਤੁਹਾਡਾ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ, ਔਰ ਤੁਹਾਡੇ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ, ਬਹੁਤ ਮਿਹਰਬਾਨੀ ਤੁਹਾਡੀ ਵੀ। ਤੁਸੀਂ ਮੇਰੇ ਬਹੁਤ ਪੁਰਾਣੇ ਸਾਥੀ ਹੋ। ਹਮੇਸ਼ਾ ਹੀ ਤੁਸੀਂ, ਮੈਂ ਉਦੋਂ ਸਰਪੰਚ ਹੁੰਦਾ ਸੀ ਜਦੋਂ ਤੁਸੀਂ ਚੈਨਲ ਸ਼ੁਰੂ ਕੀਤਾ ਸੀ, ਉਦੋਂ ਵੀ ਤੁਸੀਂ ਇੱਥੇ ਆ ਕੇ, ਜਾਂ ਮੈਂ ਤੁਹਾਡੇ ਕੋਲੇ ਜਾਂਦਾ ਪਰਿਵਾਰ ਵਾਂਗੂ ਵਿਚਰਦਾ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ, ਬਹੁਤ ਥੈਂਕ ਯੂ। ਮੁੰਡੇ ਨੂੰ ਕੀ ਕਹਿਣਾ ਚਾਹੇਗੀ ਵੀ ਉਹ ਜਿਹੜਾ ਮਾਂ ਦਾ ਇੰਨਾ ਪਿਆਰਾ, ਉਹ ਲੋਕਾਂ ਦਾ ਤਾਂ ਪਿਆਰਾ ਹੋਊਗਾ ਹੀ। ਕੀ ਕਹਿਣਾ ਚਾਹੇਗੀ, ਕੀ ਕਹੇਗੀ? ਮੈਂ ਪੁੱਤ ਇਹੀ ਆਨੀ ਆ ਵੀ ਪੁੱਤ ਲੋਕਾਂ 'ਚ ਵਿਚਰ, ਭੈਣਾਂ ਭਰਾਵਾਂ 'ਚ। ਹਾਂ, ਤੇ ਆਹ ਹੀ ਸਾਡੀ ਪੁੱਤ ਬੇਨਤੀ ਆ ਵੀ ਅਸੀਂ ਕਿਸੇ ਨਾਲ ਨਹੀਂ ਵਾਅਦਾ ਕਰਕੇ ਰਾਜੀ, ਅਸੀਂ ਤਾਂ ਨਰਮਾਈ ਸਾਡੇ 'ਚ ਤਾਂ। ਜਿਹੜਾ ਨਮਾਨਾ ਸਿੱਖ ਬਣ ਕੇ ਤੇਰੇ ਪੁੱਤ ਨੇ ਇੰਨਾ ਚਿਰ ਗੁਜ਼ਾਰਿਆ, ਲੋਕਾਂ ਨੂੰ ਪਿਆਰ ਕੀਤਾ, ਪਿੰਡ ਦੀ ਸਰਪੰਚੀ ਕੀਤੀ ਆ, ਔਰ ਪਿੰਡ 'ਚ ਹਮੇਸ਼ਾ ਵਧਣਾ, ਹਮੇਸ਼ਾ ਪਿੰਡ 'ਚ ਵਧਣਾ ਬੜਾ ਔਖਾ ਹੁੰਦਾ। ਮਾਤਾ ਇਹ ਕਹਿੰਦੀ ਵੀ ਜਿਹੜਾ ਤੇਰਾ ਆਸ਼ੀਰਵਾਦ ਉਹ ਹੀ ਚੱਲੀ ਜਾਂਦਾ, ਚੱਲੀ ਜਾਂਦਾ ਪੁੱਤ। ਬਸ ਆਈ ਆ, ਮੈਂ ਗੁਰੂ ਨੂੰ ਯਾਦ ਕਰਦੀ ਆ, ਹਰ ਵਕਤ ਪਾਠ ਕਰਦੀ ਆ,
ਤੜਕੇ ਉੱਠ ਕੇ ਤੇ ਗੁਰੂ ਨੂੰ ਯਾਦ ਕਰ। ਸੇਵਾ ਦੇ ਵਿੱਚ ਹੁੰਦੇ ਆ ਬੰਦੇ, ਮਤਲਬ ਘਰ ਦੇ ਜਿਹੜੇ ਕੰਮ ਉਹ ਵੀ ਡਬਲ ਹੋ ਜਾਂਦੇ ਆ, ਕੀ ਕਹਿਣਾ ਚਾਹੋਗੇ? ਅਸੀਂ ਬਹੁਤ ਖੁਸ਼ ਹਾਂ ਵੀਰ ਜੀ, ਸਾਰਾ ਪਰਿਵਾਰ ਸੇਵਾ ਕਰਕੇ ਸਾਰੇ ਰਲ ਮਿਲ ਕੇ ਸੇਵਾ ਕਰਦੇ। ਸਾਨੂੰ ਗੁਰੂ ਨੇ ਮੌਕਾ ਦਿੱਤਾ ਤੇ ਅਸੀਂ ਬਸ ਸੇਵਾ ਕਰਦੇ ਹੀ ਰਹੀਏ ਸੰਗਤ ਦੀ ਕਦੀ ਇਹ ਪਿਤਾ ਜੀ ਤੋਂ ਬਾਲਾ ਸਾਹਿਬ ਤੋਂ ਸਿੱਖਿਆ ਜੀ, ਕਿਉਂ ਨਿੱਕੇ ਨਿੱਕੇ ਹੁੰਦੇ ਦੇਖਦੇ ਸੀ ਕਿ ਕੁਝ ਨਹੀਂ ਦੇਖਣਾ ਇਹਨਾਂ ਨੇ। ਤੇ ਬਹੁਤ ਔਖੇ ਹੋ ਕੇ, ਹਾਲਾਂਕਿ ਜਦੋਂ ਇਸ ਚੀਜ਼ ਦੇ ਵਿੱਚ ਆਉਣਾ ਪੈਂਦਾ, ਸਰਪੰਚੀਆਂ ਦੇ ਵਿੱਚ ਹੋਰ ਆ, ਬੜੇ ਪੈਸੇ ਦੀ ਲੋੜ ਹੁੰਦੀ ਆ, ਪਰ ਪਰਿਵਾਰ ਜਿੱਦਾਂ ਮਾਲਾ ਜੀ ਨੇ ਕਿਹਾ ਕਿ ਉਹੀ ਪਹਿਲੀ ਉਸ ਟਾਈਮ ਦੇ ਉੱਤੇ ਸੀਗੀ, ਉਹੀ ਪਹਿਲੀ ਅੱਜ ਆ। ਨਹੀਂ ਤਾਂ ਲੋਕ 20 ਦੇ 200 250 ਕਿੱਲਾ 300 ਕਿੱਲਾ ਬਣ ਜਾਂਦਾ, ਲੇਕਿਨ 20 ਦੇ 20 ਕਿੱਲੇ ਆ। ਔਰ ਉਵੇਂ ਸੇਵਾ ਜਿਹੜੀ ਹੈਗੀ ਆ, ਉਹੀ ਪੁਰਾਣਾ ਘਰ ਆ। ਇਹ ਨਹੀਂ ਗਾ ਵੀ 5 ਮੰਜ਼ਲੀ ਕੋਠੀ ਜਿਹੜੀ ਹੈਗੀ ਆ ਪੈ ਗਈ ਹੈਗੀ ਆ। ਉਵੇਂ ਮਾਤਾ ਆਪਾਂ ਦੇ ਸਕਦੇ ਆ ਵੀ ਸਿੰਪਲਿਸਿਟੀ ਦੇ ਨਾਲ ਰੋਟੀ ਬਣਾ ਰਹੀ ਹੈਗੀ, ਉਹੀ ਪੁਰਾਣਾ ਜਿਹੜਾ ਸਿਸਟਮ ਚੱਲ ਰਿਹਾ ਘਰ ਦੇ ਵਿੱਚ। ਮਾਲਾ ਜੀ ਤੁਹਾਨੂੰ ਸਾਨੂੰ ਸਮਾਂ ਦੇਣ ਦੇ ਲਈ ਔਰ ਆਪਣੇ ਪਰਿਵਾਰ ਨੂੰ ਵੀ ਮਿਲਾਉਣ ਦੇ ਲਈ ਬਹੁਤ ਬਹੁਤ ਧੰਨਵਾਦ। ਪਰਮਾਤਮਾ ਕਰੇ ਬੱਚਿਆਂ ਦਾ ਵੀ ਫਿਊਚਰ ਹੋਰ ਵਧੀਆ ਹੋਵੇ।